Attention Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੀਵਨ ਦੇ ਵਿੱਚ ਕੰਟੈਕਸਟ ਜਾਣੀ ਕਿ ਸੰਦਰਭ ਦਾ ਬਹੁਤ ਮਹੱਤਵ ਹੈ। ਇੱਕ ਹੀ ਗੱਲ ਬੋਲਣ ਦੇ ਵਿੱਚ ਉਸੇ ਤਰੀਕੇ ਹੀ ਬੋਲੀ ਜਾ ਸਕਦੀ ਹੈ, ਬਟ ਉਸ ਗੱਲ ਦੇ ਅੱਗੇ ਕੀ ਬੋਲਿਆ ਗਿਆ ਅਤੇ ਉਹਦੇ ਪਿੱਛੇ ਕੀ ਬੋਲਿਆ ਗਿਆ, ਜਾਣੀ ਕਿ ਕਿਸ ਸੰਦਰਭ ਦੇ ਵਿੱਚ ਉਹ ਗੱਲ ਬੋਲੀ ਗਈ, ਉਹਦੇ ਨਾਲ ਉਸ ਗੱਲ ਦੇ ਮਾਇਨੇ ਬਦਲ ਜਾਂਦੇ ਨੇ। ਜੇਕਰ ਅਗਲਾ ਅਤੇ ਪਿਛਲਾ ਹਿੱਸਾ ਸਾਡੇ ਕੋਲ ਨਾ ਹੋਵੇ ਤੇ ਸਿਰਫ ਵਿਚਲਾ ਇੱਕ ਟੁਕੜਾ ਗੱਲ ਦਾ ਸਾਨੂੰ ਸੁਣਨ ਨੂੰ ਮਿਲੇ ਤੇ ਬਹੁਤ ਸਾਰੇ ਗਲਤ ਅਰਥ ਵੀ ਸਮਝ ਲਏ ਜਾਂਦੇ। ਅੱਜ ਕੱਲ੍ਹ ਤੇ ਇਹ ਗੱਲ ਬੜੀ ਆਮ ਹੈ। ਕਿਸੇ ਫਿਲਮੀ ਅਦਾਕਾਰ ਦੀ ਇੰਟਰਵਿਊ ਦੇ ਵਿੱਚੋਂ ਜਾਂ ਕਿਸੇ ਨੇਤਾ ਦੀ ਕਿਸੇ ਸਪੀਚ ਦੇ ਵਿੱਚੋਂ, ਭਾਸ਼ਣ ਦੇ ਵਿੱਚੋਂ ਅਗਲਾ ਪਿਛਲਾ ਹਿੱਸਾ ਕੱਟ ਕੇ ਇੱਕ ਅੱਧੀ ਲਾਈਨ ਕੱਟ ਕੇ ਉਹਨੂੰ ਵਾਇਰਲ ਕਰ ਦਿੱਤਾ ਜਾਂਦਾ ਹੈ। ਸੰਦਰਭ ਦੇ ਵਿੱਚ ਉਸ ਗੱਲ ਦੇ ਮਤਲਬ ਕੁਝ ਹੋਰ ਬਣਨੇ ਹੁੰਦੇ ਨੇ, ਪਰ ਸਿਰਫ ਜਦੋਂ ਉਹ ਇੱਕ ਲਾਈਨ ਸਾਨੂੰ ਸੁਣਨ ਨੂੰ ਮਿਲਦੀ ਹੈ ਤੇ ਉਹਦੇ ਅਰਥ ਕੁਝ ਹੋਰ ਹੀ ਨਿਕਲ ਜਾਂਦੇ ਨੇ। ਇਸੇ ਤਰ੍ਹਾਂ ਦੀ ਇੱਕ ਪੰਕਤੀ ਗੁਰਬਾਣੀ ਦੇ ਵਿੱਚੋਂ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਹਾਲਾਂਕਿ ਜਿਸ ਮਨੁੱਖ ਨੂੰ ਗੁਰਬਾਣੀ ਦਾ ਥੋੜ੍ਹਾ ਜਿਹਾ ਵੀ ਗਿਆਨ ਹੈ, ਜਿਹੜਾ ਸਿੱਖੀ ਦੇ ਨਾਲ ਥੋੜ੍ਹਾ ਜਿਹਾ ਵੀ ਜੁੜਿਆ ਹੋਇਆ ਹੈ, ਸਾਨੂੰ ਯਕੀਨ ਹੈ ਕਿ ਇਸ ਪੰਕਤੀ ਦੇ ਅਰਥ ਉਹਨੇ ਕਦੇ ਗਲਤ ਨਹੀਂ ਸਮਝੇ। ਪਰ ਸੰਦਰਭ ਤੋਂ ਬਿਨਾਂ ਅਸੀਂ ਕਿਤੇ ਨਾ ਕਿਤੇ ਉਸ ਹੱਦ ਤੱਕ ਇਸ ਪੰਕਤੀ ਦੇ ਅਰਥਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ, ਸਲਾਉਂਦੇ ਨਹੀਂ ਜਿੱਥੋਂ ਤੱਕ ਕਿ ਸਲਾਉਣਾ ਚਾਹੀਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 473ਵੇਂ ਅੰਗ 'ਤੇ ਵਿਰਾਜਮਾਨ ਇਹ ਪੰਕਤੀ ਹੈ। ਅੱਜ ਆਪਾਂ ਇਹਦੇ ਅੱਗੇ ਦੀਆਂ ਪੰਕਤੀਆਂ ਦੇ ਵੀ ਤੇ ਇਹਦੇ ਪਿੱਛੇ ਦੀਆਂ ਪੰਕਤੀਆਂ ਦੇ ਵੀ ਅਰਥ ਜਾਣਾਂਗੇ। ਸੰਦਰਭ ਦੇ ਵਿੱਚ ਜਦੋਂ ਇਸ ਪੰਕਤੀ ਨੂੰ ਪੜ੍ਹਾਂਗੇ, ਇਹਦੇ ਅਰਥ ਬੜੇ ਹੀ ਸਪਸ਼ਟ ਤੇ ਬੜੀ ਹੀ ਮਜ਼ਬੂਤੀ ਦੇ ਨਾਲ ਸਾਡੇ ਹਿਰਦਿਆਂ ਦੇ ਵਿੱਚ ਵਸਣਗੇ। ਇਸ ਤੋਂ ਇਲਾਵਾ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਸਤਿਗੁਰੂ ਦੀ ਵਡਿਆਈ ਦੀ ਗੱਲ ਕਰਦੇ ਨੇ, ਸਰੀਰਕ ਸੁੱਚਮ ਦੀ ਗੱਲ ਕਰਦੇ ਨੇ, ਦੇਵਤਿਆਂ ਦੇ ਖਾ ਜਾਣ ਦੀ ਵੀ ਗੱਲ ਕਰਦੇ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਵਤੇ ਮੰਨਦੇ ਹਾਂ, ਪਰ ਨਾਲ ਦੀ ਨਾਲ ਉਹਨਾਂ ਨੂੰ ਅਪਵਿੱਤਰ ਵੀ ਕਰ ਛੱਡਦੇ, ਜਾਂ ਕਹਿ ਲਓ ਉਹਨਾਂ ਦਾ ਅਪਮਾਨ ਵੀ ਕਰ ਛੱਡਦੇ ਹਾਂ, ਉਹਨਾਂ 'ਤੇ ਥੁੱਕ ਛੱਡਦੇ ਹਾਂ। ਮੇਰਾ ਮੇਰਾ ਕਹਿਣ ਦੀ ਜੋ ਮਨੁੱਖ ਦੀ ਆਦਤ ਹੈ, ਉਹਦੇ ਬਾਰੇ ਵੀ ਗੁਰੂ ਸਾਹਿਬ ਗੱਲ ਕਰਦੇ ਨੇ। ਸੋ ਆਓ ਸ਼ੁਰੂਆਤ ਕਰੀਏ ਉਸ ਸਤਿਗੁਰੂ ਦੀਆਂ ਵਡਿਆਈਆਂ ਜਾਣਨ ਤੋਂ। ਪੌੜੀ। ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ। ਸ਼ਹਿ ਮੇਲੇ ਤਾਂ ਨਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸ਼ਹਿ ਤੁਠੈ ਨੌ ਨਿਦ ਪਾਈਆਂ, ਸ਼ਹਿ ਤੁਠੈ ਨੌ ਨਿਦ ਪਾਈਆਂ। ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ। ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਕਿਉਂਕਿ ਸਤਿਗੁਰੂ ਦੇ ਵਿੱਚ ਬੜੀਆਂ ਵੱਡੀਆਂ ਵਡਿਆਈਆਂ ਹਨ, ਬੜੇ ਵੱਡੇ ਗੁਣ ਹਨ। ਸ਼ਹਿ ਮੇਲੇ ਤਾਂ ਨਦਰੀ ਆਈਆਂ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਪਤੀ ਨੇ ਗੁਰੂ ਨਾਲ ਮਿਲਾਇਆ ਹੈ, ਗੁਰੂ ਦੇ ਗੁਣ ਉਹਨਾਂ ਨੂੰ ਹੀ ਦਿਸੇ ਹਨ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਤੇ ਜੇ ਪ੍ਰਭੂ ਦੀ ਮਿਹਰ ਹੋ ਜਾਵੇ, ਪ੍ਰਭੂ ਭਾਵੇ, ਤਾਂ ਨਾ ਸਿਰਫ ਗੁਰੂ ਦੇ ਗੁਣ ਸਾਨੂੰ ਦਿਸਦੇ ਨੇ, ਉਹ ਗੁਣ ਸਾਡੇ ਮਨ ਵਿੱਚ ਵਸ ਵੀ ਜਾਂਦੇ ਨੇ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ 'ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿੱਚੋਂ ਬੁਰਿਆਈਆਂ ਮਾਰ ਕੇ ਕੱਢ ਦਿੰਦਾ ਹੈ, ਜਿਨ੍ਹਾਂ 'ਤੇ ਮਿਹਰ ਕਰਕੇ ਸਤਿਗੁਰੂ ਦੇ ਗੁਣ ਵਸਾਉਂਦਾ ਹੈ। ਸ਼ਹਿ ਤੁਠੈ ਨੌ ਨਿਦ ਪਾਈਆਂ। ਜੇ ਪ੍ਰਭੂ ਪਤੀ ਪ੍ਰਸੰਨ ਹੋ ਜਾਏ ਤਾਂ ਸਮਝੋ ਕਿ 9 ਦੇ 9 ਖਜ਼ਾਨੇ ਹੀ ਸਾਨੂੰ ਮਿਲ ਗਏ। ਸ਼ਲੋਕ ਮਹਿਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰੱਖੀਓਨ ਕੋਈ ਨਾ ਪਿਟਿਓ ਜਾਏ। ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸ਼ਲੋਕ। ਕੋ ਹੱਥੀ ਜਾਈ ਸਟਿਆ ਕਿਸ ਇਹ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ।
ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੇ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਹੇ। ਇਸ ਸ਼ਲੋਕ ਦੇ ਵਿੱਚ ਉਸ ਵਰਤਾਰੇ ਦਾ ਜ਼ਿਕਰ ਹੈ ਜਦੋਂ ਪੰਡਤ ਕਿਸੇ ਦੇ ਘਰ ਸ਼ਰਾਧ ਖਾਣ ਜਾਂਦਾ ਹੈ। ਵਰਤਾਰਾ ਕਿਵੇਂ ਚੱਲਦਾ ਹੈ? ਪਹਿਲਾਂ ਸੁੱਚਾ ਆਪ ਹੋਈ, ਸੁੱਚਾ ਬੈਠਾ ਆਈ। ਸਭ ਤੋਂ ਪਹਿਲਾਂ ਬ੍ਰਾਹਮਣ ਨਹਾ ਧੋ ਕੇ ਆਪ ਸੁੱਚਾ ਹੁੰਦਾ, ਜਾਂ ਇਹ ਕਹਿ ਲਈਏ ਕਿ ਆਪਣੇ ਸਰੀਰ ਨੂੰ ਸੁੱਚਾ ਕਰਦਾ। ਨਹਾਉਣ ਦੇ ਨਾਲ ਮਨ ਤੇ ਸੁੱਚਾ ਨਹੀਂ ਹੁੰਦਾ। ਆਪ ਸੁੱਚਾ ਹੋ ਕੇ ਸੁੱਚਾ ਬੈਠਾ ਆਏ, ਸੁੱਚੇ ਚੌਕੇ ਉੱਪਰ ਆ ਬੈਠਦਾ ਹੈ। ਸੁੱਚੇ ਅੱਗੇ ਰੱਖਿਓਨ, ਕੋਈ ਨਾ ਪਿਟਿਓ ਜਾਈ। ਉਹਦੇ ਅੱਗੇ ਸੁੱਚਾ ਭੋਜਨ ਰੱਖਿਆ ਜਾਂਦਾ ਹੈ, ਜਿਹਨੂੰ ਕਿਸੇ ਨੇ ਪਿਟਿਆ ਨਹੀਂ ਹੁੰਦਾ, ਝੂਠਾ ਨਹੀਂ ਕੀਤਾ ਹੁੰਦਾ। ਸੁੱਚਾ ਹੋਏ ਕੈ ਜੀਵਿਆ, ਲੱਗਾ ਪੜਨ ਸ਼ਲੋਕ। ਇਸ ਪ੍ਰਕਾਰ ਸੁੱਚਾ ਹੋ ਕੇ ਬ੍ਰਾਹਮਣ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਫਿਰ ਸ਼ਲੋਕ ਪੜਨ ਲੱਗ ਪੈਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ, ਕੁਹੱਥੀ ਜਾਈ ਸੱਟਿਆ, ਕਿਸ ਇਹ ਲੱਗਾ ਦੋਖ। ਪੰਡਤ ਆਪ ਵੀ ਸੁੱਚਾ ਹੋ ਗਿਆ, ਚੌਕਾ ਵੀ ਸੁੱਚਾ ਕਰ ਲਿਆ, ਭੋਜਨ ਵੀ ਸੁੱਚਾ ਸੀ, ਪਰ ਇਸ ਸੁੱਚੇ ਭੋਜਨ ਨੂੰ ਕੁਹੱਥੀ ਜਾਣੀ ਕਿ ਕੁਥਾਂ ਸਿੱਟਿਆ ਗਿਆ, ਗੰਦੇ ਥਾਂ ਸਿੱਟ ਲਿਆ ਗਿਆ। ਢਿੱਡ ਨੂੰ ਇੱਥੇ ਗੰਦਾ ਥਾਂ ਆਖਿਆ ਗਿਆ ਹੈ। ਕਹਿੰਦੇ ਇਸ ਸੁੱਚੇ ਭੋਜਨ ਨੂੰ ਗੰਦੇ ਥਾਂ ਸਿੱਟਣ ਦਾ ਦੋਸ਼ ਕਿਸ ਸਿਰ ਲੱਗਾ। ਸੰਦਰਭ ਦੀ ਆਪਾਂ ਗੱਲ ਸ਼ੁਰੂਆਤ ਦੇ ਵਿੱਚ ਕਰਦੇ ਸੀ। ਹੁਣ ਜੇ ਇਸ ਇੱਕ ਪੰਕਤੀ ਨੂੰ ਅਸੀਂ, ਜਾਂ ਇਹ ਦੋ ਪੰਕਤੀਆਂ ਨੂੰ, ਕਿ ਸੁੱਚਾ ਹੋਏ ਕੈ ਜੀਵਿਆ, ਲੱਗਾ ਪੜਨ ਸ਼ਲੋਕ, ਕੁਹੱਥੀ ਜਾਈ ਸੱਟਿਆ, ਕਿਸ ਇਹ ਲੱਗਾ ਦੋਖ, ਇਹਨਾਂ ਨੂੰ ਪੜ੍ਹ ਦਈਏ ਕਿ ਪੰਡਤ ਸੁੱਚਾ ਹੋ ਕੇ ਸੁੱਚੇ ਭੋਜਨ ਨੂੰ ਖਾਂਦਾ ਹੈ, ਸ਼ਲੋਕ ਪੜ੍ਹਨ ਲੱਗ ਜਾਂਦਾ ਹੈ, ਪਰ ਉਹ ਸੁੱਚੇ ਭੋਜਨ ਨੂੰ ਗੰਦੀ ਥਾਂ ਜਾਣੀ ਕਿ ਢਿੱਡ ਵਿੱਚ ਸੁੱਟਦਾ ਹੈ। ਕੀ ਸਮਝਾਂਗੇ ਅਸੀਂ ਕਿ ਢਿੱਡ ਨੂੰ ਗੰਦੀ ਥਾਂ ਕਿਉਂ ਕਿਹਾ ਗਿਆ? ਜਿੰਨਾ ਚਿਰ ਅਸੀਂ ਇਸ ਤੋਂ ਅੱਗੇ ਦੀਆਂ ਪੰਕਤੀਆਂ ਨਹੀਂ ਪੜ੍ਹਦੇ, ਉਹਨਾਂ ਦੇ ਅਰਥ ਨਹੀਂ ਜਾਣ ਲੈਂਦੇ, ਉਸ ਸੰਦਰਭ ਤੋਂ ਬਿਨਾਂ ਇਹਨਾਂ ਪੰਕਤੀਆਂ ਦੇ ਜਿਹੜੇ ਅਰਥ ਆ ਉਹ ਗੁੰਮਰਾਹ ਕੁੰਨ ਹੋ ਸਕਦੇ ਆ। ਅਸੀਂ ਗਲਤ ਅਰਥ ਵੀ ਕੱਢ ਸਕਦੇ ਹਾਂ, ਗੁਰੂ ਸਾਹਿਬ 'ਤੇ ਸਵਾਲ ਵੀ ਉਠਾ ਸਕਦੇ। ਢਿੱਡ ਗੰਦੀ ਥਾਂ ਕਿਵੇਂ ਹੋ? ਪਰ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ 'ਤੇ ਸਪਸ਼ਟ ਕਰਦੇ ਨੇ। ਕਹਿੰਦੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ। ਅੰਨ, ਪਾਣੀ, ਅੱਗ ਤੇ ਲੂਣ ਚਾਰੇ ਹੀ ਦੇਵਤਾ ਹਨ, ਤੇ ਪੰਜਵਾਂ ਘਿਓ ਵੀ ਪਵਿੱਤਰ ਹੈ। ਤਾਂ ਹੋਆ ਪਾਕ ਪਵਿੱਤ ਤੋਂ ਇਹਨਾਂ ਸਾਰਿਆਂ ਤੋਂ ਮਿਲਾ ਕੇ ਜੋ ਭੋਜਨ ਬਣਿਆ ਉਹ ਪਵਿੱਤਰ ਹੋਇਆ ਕਿ ਨਹੀਂ ਹੋਇਆ? ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਭੋਜਨ ਨੂੰ ਜੇ ਅਸੀਂ ਪਵਿੱਤਰ ਮੰਨਦੇ ਹਾਂ ਤਾਂ ਥੁੱਕ ਨੂੰ ਅਪਵਿੱਤਰ ਵੀ ਮੰਨਦੇ ਹਾਂ, ਬੇਇੱਜ਼ਤੀ ਕਰਨ ਵਾਲਾ ਵੀ ਮੰਨਦੇ ਹਾਂ। ਕਿਸੇ ਦੇ ਮੂੰਹ 'ਤੇ ਥੁੱਕਤਾ ਜਾਵੇ, ਬੜੀ ਵੱਡੀ ਬੇਇੱਜ਼ਤੀ ਮੰਨੀ ਜਾਂਦੀ। ਤੇ ਹੁਣ ਇਹ ਵੀ ਸੱਚਾਈ ਹੈ ਕਿ ਭੋਜਨ ਨੂੰ ਜਦੋਂ ਅਸੀਂ ਖਾਵਾਂਗੇ, ਮੁੱਖ ਦੇ ਰਾਹੀਂ ਖਾਵਾਂਗੇ, ਕੁਦਰਤੀ ਪ੍ਰਕਿਰਿਆ ਹੈ ਕਿ ਥੁੱਕ ਉਸ ਭੋਜਨ ਦੇ ਵਿੱਚ ਰਲਦਾ ਹੈ, ਤੇ ਰਲਣਾ ਜ਼ਰੂਰੀ ਹੈ, ਕਿਉਂਕਿ ਥੁੱਕ ਦਾ ਪਾਚਨ ਕਿਰਿਆ ਦੇ ਵਿੱਚ ਆਪਣਾ ਇੱਕ ਮਹੱਤਵ ਹੈ। ਪਰ ਇੱਥੇ ਰੌਲਾ ਇਹ ਪੈ ਜਾਂਦਾ ਕਿ ਭੋਜਨ ਪਵਿੱਤਰ ਹੈ, ਥੁੱਕ ਅਪਵਿੱਤਰ ਹੈ। ਭੋਜਨ ਨੂੰ ਅਸੀਂ ਦੇਵਤਾ ਮੰਨੀ ਜਾ ਰਹੇ ਹਾਂ, ਪਰ ਉਸੇ ਦੇਵਤੇ ਦੇ ਵਿੱਚ ਅਸੀਂ ਥੁੱਕ ਵੀ ਰਲਾਈ ਜਾ ਰਹੇ ਹਾਂ। ਤਾਂ ਫਿਰ ਇੱਥੇ ਕਹਿੰਦੇ ਦੋਸ਼ ਕਿਹਦੇ 'ਤੇ ਲੱਗੇ? ਇਹ ਹੁਣ ਸੰਦਰਭ ਦੇ ਵਿੱਚ ਪੜ੍ਹੀ ਤੇ ਅਸੀਂ ਪਿਛਲੀ ਜੋ ਪੰਕਤੀ ਕਿ ਕੁਹੱਥੀ ਜਾਈ ਸੱਟਿਆ, ਕਿਸ ਇਹ ਲੱਗਾ ਦੋਖ, ਇਹ ਵੀ ਸਮਝ ਦੇ ਵਿੱਚ ਆ ਗਈ ਕਿ ਮਨੁੱਖ ਦਾ ਸਰੀਰ ਪਾਪੀ ਹੈ। ਪਾਪੀ ਸਿਉ ਤਨ ਗੱਡਿਆ, ਤੇ ਉਸ ਪਾਪੀ ਸਰੀਰ ਦੇ ਨਾਲ ਪਵਿੱਤਰ ਦੇਵਤੇ ਦਾ ਮੇਲ ਹੁੰਦਾ ਹੈ, ਉਹਦੇ 'ਤੇ ਥੁੱਕਾਂ ਪਾਈਆਂ ਜਾਂਦੀਆਂ ਨੇ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੀ। ਜਿਹੜੇ ਮਨੁੱਖ ਆਪਣੇ ਮੁਖ ਦੇ ਨਾਲ ਨਾਮ ਨਹੀਂ ਸਿਮਰਦੇ ਤੇ ਬਿਨਾਂ ਨਾਮ ਸਿਮਰੇ ਰਸ ਖਾਂਦੇ ਹਨ, ਜਾਣੀ ਕਿ ਸਵਾਦਲੇ ਭੋਜਨ ਖਾਂਦੇ ਹਨ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਹੇ। ਇਹ ਨਾਨਕ, ਇਸ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੁਖ ਉੱਤੇ ਵੀ ਫਿਟਕਾਰਾਂ ਪੈਂਦੀਆਂ ਹਨ। ਮਹਿਲਾ ਪਹਿਲਾ। ਭੰਡ ਜੰਮੀਐ ਭੰਡ ਨਿਮੀਐ, ਭੰਡ ਮੰਗਣ ਵਿਆਹੋ। ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹ। ਭੰਡ ਮੁਆ ਭੰਡ ਭਾਲੀਐ, ਭੰਡ ਹੋਵੈ ਬੰਧਾਨ। ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨ ਕੋਏ। ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਏ।
ਜਿਥ ਮੁਖ ਸਦਾ ਸਲਾਹੀਐ, ਭਾਗਾਂ ਰਤੀ ਚਾਰ। ਨਾਨਕ ਤੇ ਮੁਖ ਉਜਲੇ, ਤਿਤ ਸੱਚਾ ਦਰਬਾਰ। ਭੰਡ ਸ਼ਬਦ ਤੋਂ ਇੱਥੇ ਭਾਵ ਹੈ ਇਸਤਰੀ। ਕਹਿੰਦੇ ਭੰਡ ਜੰਮੀ ਹੈ, ਭੰਡ ਨਿਮੀ। ਨਿਮੀਆਂ ਤੋਂ ਭਾਵ ਕਿ ਸਰੀਰ ਦਾ ਬਣਨਾ। ਇਸਤਰੀ ਤੋਂ ਹੀ ਜਨਮ ਲਈਦਾ ਹੈ। ਇਸਤਰੀ ਦੇ ਪੇਟ ਵਿੱਚ ਹੀ, ਕੁੱਖ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਭੰਡ ਮੰਗਣ ਵਿਆਹ, ਇਸਤਰੀ ਦੀ ਹੀ ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਜਿਨ੍ਹਾਂ ਸਮਿਆਂ ਦੇ ਵਿੱਚ ਇਹ ਗੁਰਬਾਣੀ ਲਿਖੀ ਗਈ, ਉਹਨਾਂ ਸਮਿਆਂ ਦੇ ਅਨੁਸਾਰ ਇਹ ਗੱਲ ਸੱਚ ਹੈ ਕਿ ਭੰਡ ਮੰਗਣ ਵਿਆਹ, ਇਸਤਰੀ ਦੇ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ। ਸਮੇਂ ਦੇ ਨਾਲ ਪਰਮਾਤਮਾ ਨੇ ਮਨੁੱਖਾਂ ਨੂੰ ਅਜਿਹੀ ਅਕਲ ਵੀ ਬਖਸ਼ ਦਿੱਤੀ ਹੈ ਕਿ ਅੱਜ ਕੱਲ੍ਹ ਪੁਰਸ਼ ਦਾ ਪੁਰਸ਼ ਦੇ ਨਾਲ ਵੀ ਵਿਆਹ ਹੋ ਰਿਹਾ ਹੈ। ਹਾਲਾਂਕਿ ਇਹ ਗੱਲ ਅੱਜ ਵੀ ਉਨੀ ਹੀ ਸੱਚ ਹੈ ਜਿੰਨੀ ਗੁਰੂ ਸਾਹਿਬ ਦੇ ਵੇਲੇ ਕਿ ਭੰਡ ਜੰਮੀ ਹੈ, ਭੰਡ ਨਹੀਂ। ਕਿ ਜੋ ਪ੍ਰਾਣੀ ਹੈ ਉਹਦੇ ਸਰੀਰ ਦਾ ਨਿਰਮਾਣ ਵੀ ਇਸਤਰੀ ਦੀ ਕੁੱਖ ਵਿੱਚ ਹੀ ਹੁੰਦਾ ਹੈ ਤੇ ਜੰਮਿਆ ਵੀ, ਜਨਮ ਵੀ ਇਸਤਰੀ ਤੋਂ ਹੀ ਲੈਂਦਾ। ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹ। ਇਸਤਰੀ ਦੇ ਰਾਹੀਂ ਹੀ ਹੋਰਨਾਂ ਦੇ ਨਾਲ ਸੰਬੰਧ ਬਣਦੇ ਨੇ। ਜਦੋਂ ਇੱਕ ਇਨਸਾਨ ਦਾ, ਕਹਿ ਲਓ ਕਿ ਇੱਕ ਪੁਰਸ਼ ਦਾ ਵਿਆਹ ਹੋ ਜਾਂਦਾ ਹੈ, ਇਸਤਰੀ ਦੇ ਨਾਲ ਕਿੰਨੇ ਨਵੇਂ ਰਿਸ਼ਤੇ ਉਹਦੇ ਜੁੜ ਜਾਂਦੇ ਆ ਤੇ ਨਾਲ ਹੀ ਜਗਤ ਦੀ ਉਤਪੱਤੀ ਦਾ ਰਾਹ ਖੁੱਲ੍ਹ ਜਾਂਦਾ। ਭੰਡ ਮੋਆ, ਭੰਡ ਭਾਲੀਐ, ਭੰਡ ਹੋਵੈ ਬੰਧਾਨ। ਜੇਕਰ ਕਿਸੇ ਦੀ ਇਸਤਰੀ ਮਰ ਜਾਏ, ਪਤਨੀ ਮਰ ਜਾਏ, ਤਾਂ ਉਹ ਆਪ ਵੀ ਤੇ ਉਹਦਾ ਸਾਰਾ ਪਰਿਵਾਰ ਹੋਰ ਇਸਤਰੀ ਲੱਭਦਾ ਹੈ। ਭੰਡ ਮੋਆ, ਭੰਡ ਭਾਲੀਐ, ਭੰਡ ਹੋਵੈ ਬੰਧਾਨ। ਇਸਤਰੀ ਤੋਂ ਹੀ ਹੋਰਨਾਂ ਦੇ ਨਾਲ ਰਿਸ਼ਤੇਦਾਰੀ ਬਣਦੀ ਹੈ। ਤੇ ਹੁਣ ਦੋਗਲਾਪਨ ਦੇਖੋ, ਜਦੋਂ ਇਸਤਰੀ ਮਰ ਜਾਏ ਕਿਸੇ ਦੀ ਤਾਂ ਇਸਤਰੀ ਲੱਭਦੇ ਨੇ, ਪਰ ਇਹੀ ਮਨੁੱਖ ਇਸਤਰੀ ਨੂੰ ਬੁਰਾ ਵੀ ਆਖਦਾ। ਗੁਰੂ ਸਾਹਿਬ ਉਹਨਾਂ ਨੂੰ ਸਵਾਲ ਪੁੱਛਦੇ ਆ ਕਿ ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾ। ਜਿਸ ਇਸਤਰੀ ਦੀ ਕੁੱਖ ਦੇ ਵਿੱਚੋਂ ਰਾਜੇ ਪੈਦਾ ਹੁੰਦੇ ਨੇ, ਉਹਨੂੰ ਮੰਦਾ ਕਿਉਂ ਆਖਦੇ ਹੋ? ਤੇ ਨਾਲ ਦੀ ਨਾਲ ਜਦੋਂ ਅਸੀਂ ਪਿਛਲੀ ਪੰਕਤੀ ਵੱਲ ਝਾਤੀ ਮਾਰੀਏ ਤੇ ਇਹ ਵੀ ਹੈ ਕਿ ਉਹਦੇ ਬਿਨਾਂ ਤੁਹਾਡਾ ਸਰਦਾ ਵੀ ਨਹੀਂ, ਪਰ ਮੰਦਾ ਤੁਸੀਂ ਫੇਰ ਵੀ ਆਖਦੇ ਹੋ। ਪਿਛਲੇ ਦਿਨਾਂ ਦੀ ਗੱਲ ਹੈ, ਪੱਤਰਕਾਰ ਜਤਿੰਦਰ ਪੰਨੂ ਸਾਹਿਬ ਪ੍ਰਾਈਮ ਏਸ਼ੀਆ ਦੇ ਇੱਕ ਪ੍ਰੋਗਰਾਮ ਦੇ ਵਿੱਚ ਦੱਸਦੇ ਪਏ ਸਨ ਕਿ ਪੰਜਾਬ ਦੇ ਵਿੱਚ 5.5 ਲੱਖ ਧੀਆਂ ਕੁੱਖਾਂ ਦੇ ਵਿੱਚ ਕਤਲ ਕੀਤੀਆਂ ਜਾ ਰਹੀਆਂ। ਮੇਰੇ ਖਿਆਲ ਦੇ ਵਿੱਚ ਇਹ ਨਹੀਂ ਰਿਹਾ ਕਿ ਹਰ ਮਹੀਨੇ ਹੈ ਜਾਂ ਹਰ ਸਾਲ ਹੈ, ਪਰ ਜੋ ਵੀ ਹੋਵੇ ਇੱਕ ਬਹੁਤ ਵੱਡਾ ਨੰਬਰ ਹੈ। 5.5 ਲੱਖ ਧੀਆਂ ਦਾ ਕੁੱਖਾਂ ਦੇ ਵਿੱਚ ਕਤਲ ਕਰ ਦੇਣਾ। ਤੇ ਇਹ ਸਿਰਫ ਪੰਜਾਬ 'ਚ ਜਾਂ ਭਾਰਤ 'ਚ ਹੀ ਨਹੀਂ, ਚੀਨ ਵੀ ਇੱਕ ਖਾਸ ਤਰ੍ਹਾਂ ਦੀ ਮੁਸੀਬਤ ਦੇ ਵਿੱਚੋਂ ਗੁਜ਼ਰ ਰਿਹਾ ਹੈ। ਵੱਧਦੀ ਆਬਾਦੀ ਨੂੰ ਰੋਕਣ ਲਈ ਉਹਨਾਂ ਨੇ ਵਨ ਚਾਈਲਡ ਪਾਲਿਸੀ ਲਿਆਂਦੀ ਸੀ ਕਿ ਇੱਕ ਤੋਂ ਵੱਧ ਬੱਚਾ ਤੁਸੀਂ ਨਹੀਂ ਕਰ ਸਕਦੇ। ਇਸ ਚੱਕਰ 'ਚ ਲੋਕਾਂ ਨੇ ਕੁੜੀਆਂ ਨੂੰ ਕੁੱਖਾਂ 'ਚ ਹੀ ਮਾਰਨਾ ਸ਼ੁਰੂ ਕਰਤਾ ਕਿ ਜਦੋਂ ਇੱਕ ਹੀ ਬੱਚਾ ਜੰਮਣਾ ਤਾਂ ਮੁੰਡਾ ਹੀ ਜੰਮੀਏ। ਤੇ ਹੁਣ ਉਹਨਾਂ ਮੁੰਡਿਆਂ ਦੇ ਵਿਆਹਾਂ ਲਈ ਕੁੜੀਆਂ ਨਹੀਂ ਲੱਭਦੀਆਂ ਪਈਆਂ, ਕਿਉਂਕਿ ਭੰਡ ਮੰਗਣ ਵਿਆਹ, ਵਿਆਹ ਤੇ ਕੁੜੀ ਦੇ ਨਾਲ ਹੀ ਹੁਣ ਕੁੜੀਆਂ ਲੱਭਦੀਆਂ ਨਹੀਂ ਪਈਆਂ। ਇੱਕ ਖਾਸ ਤਰ੍ਹਾਂ ਦੀ ਮੁਸੀਬਤ ਦੇ ਵਿੱਚੋਂ ਚੀਨ ਗੁਜ਼ਰ ਰਿਹਾ ਤੇ ਬਹੁਤਾ ਕਰਕੇ ਪੰਜਾਬ ਵੀ ਗੁਜ਼ਰ ਰਿਹਾ, ਜੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਗੁਜ਼ਰੇਗਾ। ਸੋ ਇੱਕ ਪਾਸੇ ਇਸਤਰੀ ਦੀ ਇੰਨੀ ਮਹੱਤਤਾ ਹੈ ਕਿ ਉਹਦੇ ਤੋਂ ਜੀਵਨ ਦੀ ਉਤਪੱਤੀ ਹੁੰਦੀ ਹੈ, ਰਾਜੇ ਮਹਾਰਾਜੇ ਵੀ ਪੈਦਾ ਹੁੰਦੇ ਨੇ। ਅੱਜ ਦੇ ਯੁੱਗ ਦੀ ਗੱਲ ਕਰ ਲਈਏ, ਮਹਾਨ ਵਿਗਿਆਨੀ, ਮਹਾਨ ਇੰਜੀਨੀਅਰ ਵੀ ਇਸਤਰੀ ਦੀ ਕੁੱਖ 'ਚੋਂ ਪੈਦਾ ਹੁੰਦੇ ਨੇ ਤੇ ਉਸ ਇਸਤਰੀ ਨੂੰ ਅਸੀਂ ਮਾਰ ਵੀ ਰਹੇ ਹਾਂ, ਮੰਦਾ ਵੀ ਆਖ ਰਹੇ ਹਾਂ। ਹੋਰ ਪਤਾ ਨਹੀਂ ਕਿਹੜੇ ਕਿਹੜੇ ਘਿਨਾਉਣੇ ਜੁਰਮ ਉਸ ਨਾਲ ਕੀਤੇ ਜਾ ਰਹੇ। ਹੋਰਨਾਂ ਦਾ ਤੇ ਪਤਾ ਨਹੀਂ ਤੇ ਹੋਰਨਾਂ ਨੂੰ ਸਮਝਾਉਣਾ ਵੀ ਬਹੁਤ ਔਖਾ ਹੈ। ਹਾਲਾਂਕਿ ਕਿਸੇ ਨੂੰ ਵੀ ਇੱਥੇ ਕੁਝ ਵੀ ਸਮਝਾਉਣਾ ਬੜਾ ਔਖਾ ਹੈ, ਪਰ ਇੰਨੀ ਗੁਜ਼ਾਰਿਸ਼ ਹੈ ਕਿ ਅਸੀਂ ਲੋਕ ਜੋ ਗੁਰਬਾਣੀ ਦੇ ਲੜ ਲੱਗੇ ਹਾਂ, ਅੱਜ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਸਾਡੇ ਮਨਾਂ ਦੇ ਵਿੱਚ, ਸਾਡੇ ਹਿਰਦਿਆਂ ਦੇ ਵਿੱਚ ਇਸਤਰੀ ਦੇ ਪ੍ਰਤੀ ਸਤਿਕਾਰ 100 ਗੁਣਾ 1000 ਗੁਣਾ ਵੱਧ ਜਾਣਾ ਚਾਹੀਦਾ। ਅੱਗੇ ਗੁਰੂ ਸਾਹਿਬ ਲਿਖਦੇ ਨੇ, ਭੰਡੋ ਹੀ ਭੰਡ ਉਪਜੈ, ਭੰਡਾ ਬਾਝ ਨਾ ਕੋਏ। ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ, ਇਸਤਰੀ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਹੁੰਦਾ। ਨਾਨਕ ਭੰਡਾ ਬਾਹਰਾ, ਇੱਕੋ ਸੱਚਾ ਸੋ। ਸਿਰਫ ਇੱਕ ਸੱਚਾ ਪਰਮਾਤਮਾ ਹੈ ਜੋ ਇਸਤਰੀ ਤੋਂ ਪੈਦਾ ਨਹੀਂ ਹੋਇਆ। ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰੱਤੀ ਚਾਰ। ਭਾਵੇਂ ਇਸਤਰੀ ਹੋਵੇ ਭਾਵੇਂ ਪੁਰਸ਼, ਆਪਣੇ ਮੁਖ ਦੇ ਨਾਲ ਜੋ ਵੀ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਉਹਦਾ ਮੱਥਾ ਭਾਗਾਂ ਵਾਲਾ ਹੈ। ਨਾਨਕ ਤੇ ਮੁਖ ਉਜਲੇ, ਤਿਤ ਸੱਚਾ ਦਰਬਾਰ ਹੈ। ਨਾਨਕ
ਉਹੀ ਮੁਖ ਉਸ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋਚਣ ਕੱਢੀਐ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਜਾ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਰਭ ਹੰਡੀਐ। ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਬੂਝੀਐ। ਮੂਰਖੈ ਨਾਲ ਨਾ ਲੂਝੀਐ, ਮੂਰਖੈ ਨਾਲ ਨਾ ਲੂਝੀਐ। ਜਗਤ ਦੇ ਵਿੱਚ ਹਰੇਕ ਜੀਵ ਨੂੰ ਮਮਤਾ ਲੱਗੀ ਹੈ, ਜਾਣੀ ਕਿ ਮੇਰਾ ਮੇਰਾ ਕਰਨ ਦੀ ਆਦਤ ਲੱਗੀ ਹੈ। ਸਭ ਕੋ ਆਖਾ ਹੈ ਆਪਣਾ, ਹਰੇਕ ਚੀਜ਼ ਨੂੰ ਮੇਰੀ 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 ਕਹਿੰਦਾ ਹੈ ਮਨੁੱਖ। ਜਿਸ ਨਾਹੀ ਸੋਚ ਚੁਣ ਕੱਢੀ ਹੈ, ਗੁਰੂ ਸਾਹਿਬ ਕਹਿੰਦੇ ਜਿਹਨੂੰ ਮਮਤਾ ਨਹੀਂ ਲੱਗੀ ਉਹਨੂੰ ਚੁਣ ਕੇ ਬਾਹਰ ਕੱਢ ਕੇ ਵਿਖਾਓ। ਭਾਵ ਕਿ ਅਜਿਹਾ ਕੋਈ ਮਨੁੱਖ ਹੈ ਹੀ ਨਹੀਂ, ਜਾਂ ਬਹੁਤ ਵਿਰਲਾ ਹੈ ਕਿ ਜਿਹਨੂੰ ਮੇਰਾ ਮੇਰਾ ਕਰਨ ਦੀ ਆਦਤ ਨਹੀਂ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਹਰੇਕ ਦੇ ਆਪਣੇ ਲੇਖ ਨੇ, ਆਪਣੇ ਕਰਮ ਨੇ, ਅਤੇ ਉਹਨਾਂ ਦਾ ਲੇਖਾ ਉਹਨੂੰ ਆਪ ਨੂੰ ਹੀ ਭਰਨਾ ਪੈਂਦਾ ਹੈ। ਅਗਲੀ ਪੰਕਤੀ ਸਾਡੀ ਸੋਚ ਨੂੰ ਖੰਗਾਲਣ ਵਾਲੀ ਹੈ। ਜਾ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤ ਗਰਭ ਹੰਡੀ। ਕਿ ਜਦੋਂ ਇਸ ਜਗਤ ਦੇ ਵਿੱਚ ਅਸੀਂ ਸਦਾ ਦੇ ਲਈ ਰਹਿਣਾ ਹੀ ਨਹੀਂ, ਫਿਰ ਹੰਕਾਰ ਦੇ ਵਿੱਚ ਪੈ ਕੇ ਕਿਉਂ ਖਪੀਏ। ਇੱਕ ਗੱਲ ਚੇਤੇ ਦੇ ਵਿੱਚ ਬਿਠਾਓ, ਮੰਦਾ ਕਿਸੈ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਕੇਵਲ ਇਹ ਅੱਖਰ ਪੜ੍ਹ ਕੇ ਸਮਝ ਲਈਏ, ਇਹ ਉਪਦੇਸ਼ ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ, ਕਿਉਂਕਿ ਹਰੇਕ ਦੇ ਆਪਣੇ ਲੇਖ ਨੇ। ਹਰੇਕ ਨੂੰ ਉਸ ਪਰਮਾਤਮਾ ਨੇ ਆਪਣੀ ਇੱਕ ਸੋਚ ਬਖਸ਼ੀ ਹੈ। ਜਿਹਨੂੰ ਜਿੱਦਾਂ ਦੀ ਵੀ ਸੋਚ ਬਖਸ਼ੀ ਹੈ, ਉਹਦੇ 'ਚ ਉਹਦਾ ਕੋਈ ਕਸੂਰ ਨਹੀਂ। ਉਸ ਪਰਮਾਤਮਾ ਨੇ ਉਹਨੂੰ ਉੱਦਾਂ ਦੀ ਸੋਚ ਬਖਸ਼ੀ ਹੈ। ਉਸ ਪਰਮਾਤਮਾ ਨੇ ਇਹ ਵੰਨ ਸੁਵੰਨਤਾ ਇਸ ਜਗਤ ਦੇ ਵਿੱਚ ਬਣਾਈ ਹੈ ਕਿ ਕਿਸੇ ਨੂੰ ਕਿਸ ਪ੍ਰਕਾਰ ਦੀ ਅਕਲ ਦੇਣੀ ਹੈ, ਕਿਸੇ ਨੂੰ ਕਿਸ ਪ੍ਰਕਾਰ ਦੀ ਅਕਲ ਦੇਣੀ। ਦੁਨਿਆਵੀ ਅਰਥਾਂ ਦੇ ਵਿੱਚ ਕਿਸੇ ਨੂੰ ਚੰਗੀ ਅਕਲ, ਕਿਸੇ ਨੂੰ ਮਾੜੀ ਅਕਲ, ਕਿਸੇ ਨੂੰ ਚੰਗੇ ਚੰਗੇ ਕੰਮ ਕਰਨ ਦੀ ਪ੍ਰੇਰਨਾ, ਕਿਸੇ ਨੂੰ ਮੰਦੇ ਤੋਂ ਮੰਦੇ, ਘਿਣਾਉਣੇ ਤੋਂ ਘਿਣਾਉਣੇ ਕੰਮ ਕਰਨ ਦੀ ਪ੍ਰੇਰਨਾ। ਪਰ ਹੈ ਦੋਨਾਂ ਨੂੰ ਹੀ ਮਿਲੀ ਹੋਈ ਉਸ ਪਰਮਾਤਮਾ ਵੱਲੋਂ ਇਹ ਪ੍ਰੇਰਨਾ। ਸੋ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ। ਜੇਕਰ ਕੋਈ ਸਾਡੀ ਸੋਚ ਦੇ ਨਾਲ ਸਹਿਮਤ ਨਹੀਂ ਅਤੇ ਸਹਿਮਤ ਹੋਣਾ ਨਹੀਂ ਚਾਹੁੰਦਾ, ਅਤੇ ਅਸੀਂ ਫਾਲਤੂ ਦੇ ਝਗੜੇ ਦੇ ਵਿੱਚ ਨਾ ਪਈਏ। ਮੂਰਖ ਹੈ ਨਾਲ ਨਾ ਲੁੱਝੀਏ। ਸਾਰੇ ਹੀ ਮੂਰਖ ਨੇ, ਇਹ ਨਹੀਂ ਕਿ ਜੇ ਸਾਡੀ ਸੋਚ ਦੇ ਨਾਲ ਦੂਜਾ ਸਹਿਮਤ ਨਹੀਂ ਹੋ ਰਿਹਾ ਤਾਂ ਅਸੀਂ ਤਾਂ ਸਿਆਣੇ ਆ, ਪਰ ਉਹ ਦੂਜਾ ਮੂਰਖ ਹੈ। ਜਿਵੇਂ ਸਾਡੇ ਲਈ ਉਹ ਮੂਰਖ ਹੈ, ਉਵੇਂ ਉਹਦੇ ਲਈ ਅਸੀਂ ਮੂਰਖ ਹਾਂ। ਤਾਂ ਸਾਨੂੰ ਦੋਨਾਂ ਨੂੰ ਹੀ ਇੱਕ ਦੂਜੇ ਦੇ ਨਾਲ ਝਗੜਨਾ ਨਹੀਂ ਚਾਹੀਦਾ। ਮੂਰਖ ਹੈ ਨਾਲ ਨਾ ਲੁੱਝੀਏ। ਕਿਸੇ ਨਾਲ ਕੋਈ ਬਹਿਸਬਾਜ਼ੀ ਨਹੀਂ ਕਰਨੀ ਚਾਹੀਦੀ, ਝਗੜਾ ਨਹੀਂ ਕਰਨਾ ਚਾਹੀਦਾ। ਇਹ ਗੱਲ ਆਪਣੇ ਵੀ ਚੇਤੇ 'ਚ ਰੱਖੋ, ਦੂਜੇ ਦੇ ਵੀ ਚੇਤੇ 'ਚ ਵਸਾਉਣ ਦੀ ਕੋਸ਼ਿਸ਼ ਕਰੋ। ਉਹਨੂੰ ਆਖੋ ਕਿ ਭਾਈ ਤੇਰੀ ਸੋਚ ਤੇਰੀ ਹੈ, ਮੇਰੀ ਸੋਚ ਮੇਰੀ ਹੈ। ਤੂੰ ਮੇਰੇ ਨਾਲ ਸਹਿਮਤ ਨਹੀਂ ਹੋ ਸਕਦਾ, ਮੈਂ ਤੇਰੇ ਨਾਲ ਸਹਿਮਤ ਨਹੀਂ ਹੋ ਸਕਦਾ, ਪਰ ਆਪਾਂ ਦੋਨੇ ਹੀ ਆਪੋ ਆਪਣੀ ਥਾਂ ਠੀਕ ਆ। ਝਗੜਾ ਕਰੇ ਦਾ ਕੀ ਫਾਇਦਾ? ਕਿਉਂਕਿ ਬਥੇਰੇ ਝਗੜੇ, ਜ਼ਿਆਦਾਤਰ ਝਗੜੇ ਤਾਂ ਇਸੇ ਗੱਲ 'ਤੇ ਹੀ ਨੇ ਨਾ, ਕਿ ਅਸੀਂ ਜੋ ਆਪ ਮੰਨਦੇ ਹਾਂ ਦੂਜੇ ਨੂੰ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਮੀਨ ਦੇ ਕਿਸੇ ਟੁਕੜੇ 'ਤੇ ਅਸੀਂ ਆਪਦਾ ਹੱਕ ਮੰਨਦੇ ਅਤੇ ਦੂਜੇ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਮੰਨੇ ਕਿ ਇਸ ਜ਼ਮੀਨ ਦੇ ਟੁਕੜੇ 'ਤੇ ਸਾਡਾ ਹੱਕ ਹੈ। ਉਹ ਉਹਦੇ 'ਤੇ ਆਪਣਾ ਹੱਕ ਸਮਝੀ ਬੈਠਾ ਹੈ। ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਦੇ 'ਤੇ ਮੇਰਾ ਹੱਕ ਹੈ। ਝਗੜਾ ਪੈਦਾ ਹੋ ਰਿਹਾ। ਇੱਕ ਕਹਿੰਦਾ ਜਿਹੜੀ ਰਾਜਨੀਤਿਕ ਧਿਰ ਨੂੰ ਮੈਂ ਸਮਰਥਨ ਦਿੰਦਾ ਉਹ ਉੱਤਮ ਹੈ, ਦੂਜਾ ਕਹਿੰਦਾ ਮੇਰੇ ਵਾਲੀ ਉੱਤਮ ਹੈ। ਦੋਨੋਂ ਇੱਕ ਦੂਜੇ ਨੂੰ ਮਨਾਉਣ ਦੀ ਕੋਸ਼ਿਸ਼ 'ਚ ਨੇ ਕਿ ਦੂਜਾ ਮੰਨ ਲਏ ਕਿ ਹਾਂ ਭਾਈ ਤੇਰੇ ਵਾਲੀ ਉੱਤਮ ਹੈ। ਇਹ ਗੱਲ ਕੋਈ ਨਹੀਂ ਸੋਚ ਰਿਹਾ ਕਿ ਭਾਈ ਤੇਰੇ ਲਈ ਤੇਰੇ ਵਾਲੀ ਉੱਤਮ ਹੈ, ਮੇਰੇ ਲਈ ਜਿਸ ਧਿਰ ਨੂੰ ਮੈਂ ਸਮਰਥਨ ਦਿੰਦਾ ਉਹ ਉੱਤਮ ਹੈ। ਅਸੀਂ ਦੋਨੋਂ ਆਪੋ ਆਪਣੀ ਥਾਂ ਠੀਕ ਆ। ਕਿਉਂ ਇੱਕ ਦੂਜੇ ਨੂੰ ਅਸੀਂ ਆਪਣੀ ਸੋਚ ਦੇ ਨਾਲ ਰਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਕਿਉਂ ਅਸੀਂ ਇੱਕ ਦੂਜੇ ਨੂੰ ਇਸ ਗੱਲ 'ਤੇ ਨਹੀਂ ਛੱਡ ਦਿੰਦੇ ਕਿ ਪ੍ਰਮਾਤਮਾ ਨੇ ਜਿੱਦਾਂ ਦੀ ਤੈਨੂੰ ਅਕਲ ਦਿੱਤੀ ਹੈ ਤੂੰ ਉੱਦਾਂ ਦੀ ਹੀ ਆਪਦੀ ਅਕਲ ਰੱਖ। ਉਹ ਵੀ ਉੱਤਮ ਹੈ, ਉੱਤਮ ਹੀ ਉੱਤਮ ਹੈ ਜੋ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਹੈ। ਸ਼ਲੋਕ ਮਹਿਲਾ ਪਹਿਲਾ। ਨਾਨਕ ਫਿੱਕੈ ਬੋਲੀਐ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾਹ ਸੱਟੀਐ, ਮੂੰਹੇ ਥੁੱਕਾ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਪੌੜੀ ਵਾਲੀਆਂ ਪੰਕਤੀਆਂ ਦੀ ਹੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਸਾਹਿਬ ਕਹਿੰਦੇ ਨਾਨਕ ਫਿੱਕਾ ਬੋਲੀਐ, ਤਨ ਮਨ ਫਿੱਕਾ ਹੋਏ। ਕਿ ਜਦੋਂ ਅਸੀਂ ਰੁੱਖੇ ਬਚਨ ਬੋਲਦੇ ਹਾਂ, ਮੰਦੇ ਬਚਨ ਬੋਲਦੇ ਹਾਂ,
ਸਾਡਾ ਤਨ ਤੇ ਸਾਡਾ ਮਨ ਵੀ ਰੁੱਖਾ ਹੋ ਜਾਂਦਾ ਹੈ। ਤੇ ਫਿਰ ਰੁੱਖਾ ਕਿਉਂ ਬੋਲਣਾ, ਕਿਉਂ ਕਿਸੇ ਨੂੰ ਰੁੱਖਾ ਬੋਲੀਏ ਅਸੀਂ? ਅਜਿਹੇ ਮਨੁੱਖ ਨੂੰ ਜੋ ਫਿੱਕਾ ਬੋਲਦਾ, ਦੂਸਰਿਆਂ ਨੂੰ ਫਿੱਕਾ ਸੱਦੀਏ, ਉਹਨੂੰ ਫਿਰ ਰੁੱਖਾ ਹੀ ਲੋਕ ਬੋਲਣ ਲੱਗ ਜਾਂਦੇ, ਉਹਨੂੰ ਰੁੱਖਾ ਹੀ ਸਮਝਣ ਲੱਗ ਜਾਂਦੇ, ਉਹਨੂੰ ਰੁੱਖੇ ਵਚਨਾਂ ਦੇ ਨਾਲ ਹੀ ਲੋਕ ਯਾਦ ਕਰਦੇ ਨੇ। ਫਿੱਕਾ ਦਰਗਾ ਸਿੱਟੀਐ, ਮੋਹ ਥੁੱਕਾ ਫਿੱਕੇ ਪਾਏ। ਰੁੱਖਾ ਪ੍ਰੇਮ ਤੋਂ ਸੱਖਣਾ ਮਨੁੱਖ ਪ੍ਰਭੂ ਦੀ ਦਰਗਾਹ ਤੋਂ ਰੱਦਿਆ ਜਾਂਦਾ ਹੈ, ਉਹਦੇ ਮੂੰਹ 'ਤੇ ਥੁੱਕਾਂ ਪੈਂਦੀਆਂ ਨੇ। ਤੇ ਥੁੱਕਾਂ ਪੈਣ ਦਾ ਭਾਵ ਕਿ ਉਹਦੀ ਬੇਇੱਜ਼ਤੀ ਹੁੰਦੀ ਹੈ। ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ। ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ। ਮਹਿਲਾ ਪਹਿਲਾ। ਅੰਦਰੋਂ ਝੂਠੇ ਪੈਜ, ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਵੈ, ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਤਿਨ ਨੇ ਲੱਗਾ ਰੱਬ, ਸੇਤੀ ਦੇਖਨੇ ਵਿਚਾਰ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ। ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾ। ਦਰਵਾਟ ਉੱਪਰ ਖਰਚ ਮੰਗਾ, ਜਬੈ ਦੇ ਤਖਾਹੇ। ਦੀਵਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ। ਦਰ ਲਏ ਲੇਖਾ ਪੀੜ, ਛੁਟੈ ਨਾਨਕਾ ਜਿਉ ਤੇਲ। ਅੰਦਰੋਂ ਝੂਠੇ ਪੈਜ ਬਾਹਰ। ਜਿਹੜੇ ਮਨੁੱਖ ਅੰਦਰੋਂ ਤਾਂ ਝੂਠੇ ਨੇ, ਪਰ ਬਾਹਰ ਵਿਖਾਵੇ ਲਈ ਉਹਨਾਂ ਨੇ ਇੱਜ਼ਤ ਬਣਾਈ ਹੋਈ ਹੈ। ਦੁਨੀਆ ਅੰਦਰ ਫੈਲ। ਜਗਤ ਦੇ ਵਿੱਚ ਉਹ ਵਿਖਾਵਾ ਬਣਾਈ ਰੱਖਦੇ ਕਿ ਅਸੀਂ ਬੜੇ ਨੇਕ ਇਨਸਾਨ ਹਾਂ, ਬੜੇ ਸੱਚੇ ਸੁੱਚੇ ਇਨਸਾਨ ਹਾਂ। 68 ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਅੰਦਰੋਂ ਤਾਂ ਝੂਠੇ ਹੀ ਨੇ ਨਾ। ਜੇ 68 ਤੀਰਥਾਂ ਦਾ ਇਸ਼ਨਾਨ ਵੀ ਕਰ ਲੈਣ, ਉਹ ਅੰਦਰਲੀ ਕਪਟ ਜੋ ਹੈ, ਅੰਦਰਲੀ ਮੈਲ ਜੋ ਹੈ, ਉਹ ਨਹੀਂ ਉਤਰਦੀ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਜਿਨ੍ਹਾਂ ਮਨੁੱਖਾਂ ਦੇ ਅੰਦਰ ਕੋਮਲਤਾ ਹੈ, ਪ੍ਰੇਮ ਹੈ, ਬਾਹਰ ਭਾਵੇਂ ਰੁੱਖਾਪਣ ਹੋਵੇ, ਸੰਸਾਰ ਦੇ ਵਿੱਚ ਉਹ ਬੰਦੇ ਨੇਕ ਹਨ। ਤਿੰਨ ਨੇ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਉਹਨਾਂ ਦਾ ਰੱਬ ਨਾਲ ਨੇ ਲੱਗਾ ਹੋਇਆ ਹੈ। ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿੱਚ ਹੀ ਸਦਾ ਜੁੜੇ ਰਹਿੰਦੇ ਹਨ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ। ਉਹ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਹੀ ਹੱਸਦੇ ਨੇ, ਪ੍ਰੇਮ 'ਚ ਹੀ ਰੋਂਦੇ ਨੇ, ਪ੍ਰੇਮ 'ਚ ਹੀ ਚੁੱਪ ਵੀ ਕਰ ਜਾਂਦੇ ਨੇ। ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾ। ਉਹਨਾਂ ਨੂੰ ਉਸ ਸੱਚੇ ਖਸਮ ਪ੍ਰਭੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਮੁਥਾਜੀ ਨਹੀਂ ਹੁੰਦੀ। ਦਰ ਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾਂ ਖਾਹੇ। ਜ਼ਿੰਦਗੀ ਰੂਪ ਰਾਹੇ ਪਏ ਉਹ ਮਨੁੱਖ ਰੱਬ ਦੇ ਦਰ ਤੋਂ ਨਾਮ ਰੂਪ ਖੁਰਾਕ ਮੰਗਦੇ ਨੇ। ਜਦੋਂ ਰੱਬ ਦਿੰਦਾ ਤਦੋਂ ਖਾਂਦੇ। ਦੀਵਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ। ਪ੍ਰਭੂ ਆਪ ਹੀ ਫੈਸਲਾ ਕਰਨ ਵਾਲਾ ਹੈ, ਆਪ ਹੀ ਲੇਖਾ ਲਿਖਣ ਵਾਲਾ ਹੈ। ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸ ਦੇ ਦਰ 'ਤੇ ਹੁੰਦਾ ਹੈ। ਦਰ ਪਏ ਲੇਖਾ ਪੀੜ ਛੁੱਟੈ, ਨਾਨਕਾ ਜਿਉ ਤੇਲ। ਜਦੋਂ ਪ੍ਰਭੂ ਲੇਖਾ ਮੰਗਦਾ, ਜੀਵ ਦੇ ਕਰਮਾਂ ਦਾ ਲੇਖਾ ਕਰਦਾ, ਤਾਂ ਇਉਂ ਪੀੜ ਸਿੱਟਦਾ ਜਿਵੇਂ ਤੇਲ। ਜਿਵੇਂ ਸਰੋਂ ਦਾ ਤੇਲ ਕੱਢਿਆ ਜਾਂਦਾ, ਉਹਨੂੰ ਪੀੜ ਕੇ, ਜਾਂ ਹੋਰ ਜਿੰਨੇ ਵੀ ਬੀਜ ਹਨ ਜਿਨ੍ਹਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ, ਉਹਨਾਂ ਨੂੰ ਪੀੜ ਕੇ ਉਸ ਪ੍ਰਕਾਰ ਪ੍ਰਭੂ ਮਨੁੱਖ ਨੂੰ ਪੀੜ ਸੁੱਟਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 473ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਵਿੱਚ ਅਸੀਂ ਸੁੱਚਮ ਬਾਰੇ ਜਾਣਿਆ, ਸਤਿਗੁਰੂ ਦੀਆਂ ਵਡਿਆਈਆਂ ਬਾਰੇ ਜਾਣਿਆ, ਮੇਰਾ ਕਰਨ ਦੀ ਮਨੁੱਖ ਦੀ ਆਦਤ ਬਾਰੇ ਜਾਣਿਆ, ਮਨੁੱਖ ਦੇ ਦੋਗਲੇਪਣ ਬਾਰੇ ਜਾਣਿਆ ਕਿ ਇੱਕ ਪਾਸੇ ਇਸਤਰੀ ਨੂੰ ਮੰਦਾ ਵੀ ਆਖਦਾ, ਤੇ ਦੂਜੇ ਪਾਸੇ ਇਸਤਰੀ ਤੋਂ ਬਿਨਾਂ ਇਹਦਾ ਸਰਦਾ ਵੀ ਨਹੀਂ। ਜੇ ਇਸਤਰੀ ਕਿਸੇ ਦੀ ਮਰ ਜਾਏ ਤੇ ਹੋਰ ਇਸਤਰੀ ਲੱਭਦਾ। ਇਸਤਰੀ ਜਾਤੀ ਦੀ ਮਹੱਤਤਾ ਦੇ ਬਾਰੇ 'ਚ ਗੁਰੂ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਸਮਝਾਇਆ ਕਿ ਜਗਤ ਦੀ ਉਤਪੱਤੀ ਇਸਤਰੀ ਤੋਂ ਹੀ ਹੁੰਦੀ ਹੈ। ਜਗਤ ਦੇ ਨਿਰਮਾਣ ਦਾ ਰਾਹ ਇਸਤਰੀ ਤੋਂ ਹੀ ਖੁੱਲ੍ਹਦਾ ਹੈ। ਸੋ ਇਸਤਰੀ ਨੂੰ ਮੰਦਾ ਆਖਣ ਦੀ ਬਜਾਏ ਉਹਦੀ ਇਸ ਮਹੱਤਤਾ ਨੂੰ ਸਮਝੀਏ ਤੇ ਉਹਦੀ ਕਦਰ ਕਰੀਏ। ਰੁੱਖੇਪਣ ਦੀ ਗੁਰੂ ਸਾਹਿਬ ਨੇ ਗੱਲ ਕੀਤੀ ਕਿ ਜੇ ਅਸੀਂ ਰੁੱਖਾ ਹੀ ਬੋਲੀਏ ਤੇ ਜਗਤ ਦੇ ਵਿੱਚ ਸਾਡੀ ਛਾਪ ਰੁੱਖੀ ਹੀ ਬਣ ਜਾਂਦੀ ਹੈ। ਲੋਕ ਸਾਨੂੰ ਰੁੱਖਾ ਹੀ ਫਿਰ ਸੱਦਣ ਲੱਗਦੇ ਆ, ਸਾਹਮਣੇ ਤੋਂ ਵੀ ਫਿਰ ਸਾਨੂੰ ਰੁੱਖਾ ਹੀ ਬੋਲਦੇ ਨੇ। ਜੇ ਅਸੀਂ ਕਿਸੇ ਨੂੰ ਪ੍ਰੇਮ ਨਾਲ ਬੋਲਾਂਗੇ ਤੇ ਅਗਲਾ ਵੀ ਪ੍ਰੇਮ ਨਾਲ ਬੋਲੇਗਾ। ਜੇ ਅਸੀਂ ਹੀ ਰੁੱਖੇ ਬੋਲੀ ਜਾਈਏ ਤੇ ਫਿਰ ਗਾਂ ਵਾਲਾ ਵੀ ਸਾਨੂੰ ਰੁੱਖਾ ਹੀ ਬੋਲੇਗਾ। ਤੇ ਇੱਕ ਬੜੀ ਮਹੱਤਵਪੂਰਨ ਗੱਲ ਮੇਰੇ ਖਿਆਲ ਦੇ ਵਿੱਚ ਕਿ ਮੂਰਖਾਂ ਦੇ ਨਾਲ ਝਗੜਨਾ ਨਹੀਂ ਚਾਹੀਦਾ।
ਤੇ ਹਰ ਮਨੁੱਖ ਦੇ ਲਈ ਹਰ ਦੂਜਾ ਮਨੁੱਖ ਮੂਰਖ ਹੈ ਜੋ ਉਹਦੀ ਸੋਚ ਦੇ ਨਾਲ ਸਹਿਮਤ ਨਹੀਂ। ਸੋ ਉੱਥੇ ਝਗੜਾ ਨਾ ਕਰੀਏ, ਇਹ ਮੰਨ ਕੇ ਚੱਲੀਏ ਕਿ ਪ੍ਰਭੂ ਨੇ ਸਾਨੂੰ ਉਹ ਸੋਚ ਬਖਸ਼ੀ ਹੈ ਜੋ ਸਾਡੇ ਕੋਲ ਹੈ, ਤੇ ਸਾਹਮਣੇ ਵਾਲੇ ਨੂੰ ਉਹ ਜੋ ਉਹਦੇ ਕੋਲ ਹੈ। ਦੋਨਾਂ ਨੂੰ ਹੀ ਜਦੋਂ ਸੋਚ ਜਿਹੜੀ ਹੈ ਪਰਮਾਤਮਾ ਨੇ ਬਖਸ਼ੀ ਹੈ, ਫਿਰ ਝਗੜਾ ਕਾਹਦਾ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।